morning students. Today we do scope of microeconomics. Microeconomics का scope कित्थे कित्थे है, ठीक है. First हैगा theory of demand, second theory of production, third theory of price determination, fourth theory of factor pricing. First we do theory of demand. Theory of demand की है, ਮੰਗ ਦਾ ਸਿਧਾਂਤ, ਠੀਕ ਹੈ. ਇਸ ਦੇ ਵਿੱਚ ਇਹ ਦੇਖਿਆ ਜਾਂਦਾ ਹੈ ਕਿ ਮੰਗ ਕਿਵੇਂ ਕੀਤੀ ਜਾਂਦੀ ਹੈ, ਕਿਹੜੇ ਤੱਤਾਂ ਤੇ ਨਿਰਧਾਰਿਤ ਹੈ, ਤੇ ਮਾਈਕਰੋ ਲੈਵਲ ਤੇ ਜਿਹੜੀ ਡਿਮਾਂਡ ਹੋਊਗੀ ਉਹ ਸਾਰੀ ਨੂੰ ਇੰਡੀਵਿਜੂਅਲ ਡਿਮਾਂਡ ਕਿਹਾ ਜਾਊਗਾ, ਠੀਕ ਹੈ. ਤੇ ਇਹਦੇ ਵਿੱਚ ਜਿਹੜੀ ਡਿਮਾਂਡ ਕੀਤੀ ਜਾਂਦੀ ਹੈ ਉਹ ਤਾਂ ਕੀਤੀ ਜਾਂਦੀ ਹੈ ਤਾਂ ਕਿ ਅਸੀਂ ਆਪਣੀ ਮੈਕਸਿਮਮ ਸੈਟਿਸਫੈਕਸ਼ਨ ਨੂੰ ਅਚੀਵ ਕਰ ਸਕੀਏ, ਵੱਧ ਤੋਂ ਵੱਧ ਸੈਟਿਸਫੈਕਸ਼ਨ ਅਚੀਵ ਕਰ ਲਈਏ, ਠੀਕ ਹੈ. ਤਾਂ ਜਿਹੜੀ ਡਿਮਾਂਡ ਹੈ ਉਹ ਇੱਕ ਪਰਸਨ ਦੀ ਇਨਕਮ 'ਤੇ ਵੀ ਡਿਪੈਂਡ ਕਰਦੀ ਹੈ ਕਿ ਜਿੰਨੀ ਜ਼ਿਆਦਾ ਉਹਦੀ ਇਨਕਮ ਹੋਊਗੀ ਉਨੀ ਜ਼ਿਆਦਾ ਹੀ ਉਹ ਡਿਮਾਂਡ ਕਰੂਗਾ. ਅਤੇ ਦੂਸਰਾ ਪ੍ਰੋਡਕਟ ਦੀ ਪ੍ਰਾਈਸ 'ਤੇ ਡਿਪੈਂਡ ਕਰਦੀ ਹੈ ਕਿ ਜਿਵੇਂ ਜਿਵੇਂ ਪ੍ਰੋਡਕਟ ਦੀ ਪ੍ਰਾਈਸ ਘੱਟਦੀ ਜਾਊਗੀ ਪਰਸਨ ਦੀ ਡਿਮਾਂਡ ਕੀ ਹੋਊਗੀ, ਵੱਧਦੀ ਜਾਊਗੀ, ਠੀਕ ਹੈ. ਸੈਕਿੰਡ ਹੈਗਾ ਥਿਊਰੀ ਆਫ ਪ੍ਰੋਡਕਸ਼ਨ. ਥਿਊਰੀ ਆਫ ਪ੍ਰੋਡਕਸ਼ਨ ਨੂੰ ਵੀ ਇਹਦੇ ਵਿੱਚ ਸਟੱਡੀ ਕੀਤਾ ਜਾਂਦਾ ਮਾਈਕਰੋ ਇਕਨੋਮਿਕਸ ਦੇ ਵਿੱਚ. ਮਾਈਕਰੋ ਇਕਨੋਮਿਕਸ ਦੇ ਵਿੱਚ ਫੈਕਟਰ ਆਫ ਪ੍ਰੋਡਕਸ਼ਨ ਜਿਹੜੇ ਨੇ ਲੈਂਡ, ਲੇਬਰ, ਕੈਪੀਟਲ ਐਂਡ ਐਂਟਰਪ੍ਰੇਨਿਓਰ, ਇਹਨਾਂ ਨੂੰ ਸਟੱਡੀ ਕੀਤਾ ਜਾਂਦਾ. ਐਂਟਰਪ੍ਰੇਨਿਓਰ ਵਗੈਰਾ ਇੱਕ ਲੈਂਡ ਹੋ ਗਈ, ਲੇਬਰ ਹੋ ਗਈ, ਕੈਪੀਟਲ ਹੋ ਗਈ, ਐਂਟਰਪ੍ਰੇਨਿਓਰ, ਇਹਨਾਂ ਨੂੰ ਸਟੱਡੀ ਕਰਦੇ ਅਤੇ ਇਹਨਾਂ ਨੂੰ ਕੀ ਦੇਣਾ ਉਹਨਾਂ ਦੀ ਵੇਜਿਸ ਵਗੈਰਾ ਦੇ ਬਦਲੇ ਦੇ ਵਿੱਚ, ਤਾਂ ਉਹ ਵੀ ਇਹਦੇ ਵਿੱਚ ਸਟੱਡੀ ਕੀਤਾ ਜਾਊਗਾ, ਠੀਕ ਹੈ. ਅਤੇ ਇਸ ਕਰਕੇ ਇਹਦੇ ਵਿੱਚ ਇਹਨੂੰ ਥਿਊਰੀ ਆਫ ਪ੍ਰੋਡਕਸ਼ਨ ਕਿਹਾ ਜਾਂਦਾ ਕਿਉਂਕਿ ਇਹਦੇ ਵਿੱਚ ਪ੍ਰੋਡਕਸ਼ਨ ਨਾਲ ਰਿਲੇਟਿਡ ਸਟੱਡੀ ਕੀਤੀ ਜਾਂਦੀ ਹੈ, ਠੀਕ ਹੈ. ਨੈਕਸਟ ਹੈਗਾ ਥਿਊਰੀ ਆਫ ਪ੍ਰਾਈਸ ਡਿਟਰਮੀਨੇਸ਼ਨ. ਥਿਊਰੀ ਆਫ ਪ੍ਰਾਈਸ ਡਿਟਰਮੀਨੇਸ਼ਨ ਦੇ ਵਿੱਚ ਇਹ ਦੇਖਿਆ ਗਿਆ ਕਿ ਜਿਹੜੀ ਮਾਈਕਰੋ ਲੈਵਲ 'ਤੇ ਜੋ ਗੁੱਡਸ ਅਤੇ ਸਰਵਿਸਿਜ਼ ਪ੍ਰੋਡਿਊਸ ਕੀਤੀਆਂ ਜਾਣਗੀਆਂ ਉਹਨਾਂ ਦੀ ਕਿੰਨੀ ਪ੍ਰਾਈਸ ਰੱਖੀ ਜਾਵੇ, ਜੋ ਚੀਜ਼ਾਂ ਪ੍ਰੋਡਿਊਸ ਕੀਤੀਆਂ ਜਾਣਗੀਆਂ ਉਹਨਾਂ ਦੀ ਪ੍ਰਾਈਸ ਕਿੰਨੀ ਰੱਖੀ ਜਾਊਗੀ ਜਦੋਂ ਉਹਨਾਂ ਨੂੰ ਖਰੀਦਣਾ ਜਾਂ ਵੇਚਣਾ, ਠੀਕ ਹੈ. ਉਹਦਾ ਡਿਟਰਮੀਨੇਸ਼ਨ ਵੀ ਕਿ ਕਿਹੜੇ ਲੈਵਲ ਤੋਂ ਦੇਖ ਕੇ ਕੀਤਾ ਜਾਊਗਾ, ਮੈਕਰੋ ਲੈਵਲ ਤੋਂ. ਮੈਕਰੋ ਲੈਵਲ ਦੇ ਵਿੱਚ ਦੇਖਿਆ ਜਾਊ ਕਿ ਕਿੰਨੀਆਂ ਪ੍ਰਾਈਸਿਸ ਵਗੈਰਾ ਰੱਖੀਆਂ ਗਈਆਂ ਨੇ, ਫਿਰ ਉਸ ਅਕੋਰਡਿੰਗ ਇੱਕ ਪ੍ਰੋਡਿਊਸਰ ਮਾਈਕਰੋ ਲੈਵਲ 'ਤੇ ਆਪਣੇ ਪ੍ਰੋਡਕਟ ਦੀ ਪ੍ਰਾਈਸ ਰੱਖ ਲੂਗਾ. ਨੈਕਸਟ ਹੈਗਾ ਥਿਊਰੀ ਆਫ ਫੈਕਟਰ ਪ੍ਰਾਈਸਿੰਗ. ਫੈਕਟਰ ਪ੍ਰਾਈਸਿੰਗ ਫੈਕਟਰ ਕਿਹੜੇ ਕਿਹੜੇ ਨੇ, ਲੈਂਡ, ਲੇਬਰ, ਕੈਪੀਟਲ ਐਂਡ ਐਂਟਰਪ੍ਰੇਨਿਓਰ. ਇਹਨਾਂ ਦੇ ਬਦਲੇ ਵਿੱਚ ਇਹਨਾਂ ਨੂੰ ਕੀ ਪ੍ਰਾਈਸਿੰਗ ਦਿੱਤੀ ਜਾਊਗੀ, ਲੈਂਡ ਨੂੰ ਬਦਲੇ 'ਚ ਕਿੰਨਾ ਰੈਂਟ ਦਿੱਤਾ ਜਾਊਗਾ, ਲੇਬਰ ਨੂੰ ਬਦਲੇ 'ਚ ਕਿੰਨੇ ਵੇਜਿਸ ਦਿੱਤੇ ਜਾਣਗੇ, ਕੈਪੀਟਲ ਨੂੰ ਕਿੰਨਾ ਇੰਟਰਸਟ ਦਿੱਤਾ ਜਾਊਗਾ, ਔਰ ਐਂਟਰਪ੍ਰੇਨਿਓਰ ਨੂੰ ਕਿੰਨੇ ਪ੍ਰੋਫਿਟ ਹੋਊਗਾ, ਸਾਰਾ ਕੁਝ ਪੇ ਕਰਨ ਤੋਂ ਬਾਅਦ. ਤਾਂ ਇਸ ਕਰਕੇ ਇਹਨਾਂ ਦੀ ਜੋ ਚੀਜ਼ ਤੈਅ ਕਰਨੀ ਹੈ ਇਹ ਵੀ ਮਾਈਕਰੋ ਲੈਵਲ 'ਤੇ ਡਿਸਾਈਡ ਕੀਤਾ ਜਾਊਗਾ. ਤਾਂ ਇਹਦੀ ਸਟੱਡੀ ਵੀ ਕਿਹਦੇ 'ਚ ਕੀਤੀ ਜਾਂਦੀ ਹੈ, ਮਾਈਕਰੋ ਇਕਨੋਮਿਕਸ ਦੇ ਵਿੱਚ, ਠੀਕ ਹੈ. ਨੈਕਸਟ ਹੈਗਾ ਇੰਪੋਰਟੈਂਸ ਆਫ ਮਾਈਕਰੋ ਇਕਨੋਮਿਕਸ. ਇੰਪੋਰਟੈਂਸ ਆਫ ਮਾਈਕਰੋ ਇਕਨੋਮਿਕਸ ਦੇ ਵਿੱਚ ਫਸਟ ਹੈਗੀ ਆਪਰੇਸ਼ਨ ਆਫ ਐਨ ਇਕੋਨਮੀ. ਮਾਈਕਰੋ ਇਕਨੋਮਿਕਸ ਇੱਕ ਇਕੋਨਮੀ ਦੇ ਵਿੱਚ ਹੋਣ ਵਾਲੀਆਂ ਸਾਰੇ ਆਪਰੇਸ਼ਨਸ ਦੀ ਸਟੱਡੀ ਕਰਦਾ. ਇਹ ਤੋਂ ਇਹ ਪਤਾ ਲੱਗਦਾ ਹੈ ਕਿ ਮੈਕਰੋ ਲੈਵਲ ਦੇ ਵਿੱਚ ਕੀ ਹੋ ਰਿਹਾ. ਮੈਕਰੋ ਲੈਵਲ 'ਤੇ ਇੰਡਸਟਰੀਜ਼ ਦੀ ਵੇਜ ਰੇਟ ਕਿੰਨੀ ਹੈ, ਕਿੰਨੇ ਉਹਦੇ ਪ੍ਰਾਈਸਿਸ ਤੈਅ ਕੀਤੀਆਂ ਗਈਆਂ ਨੇ, ਕਿੰਨਾ ਉਹਨਾਂ ਨੇ ਕਿੰਨੇ ਆਰਸ ਫਿਕਸ ਕੀਤੇ ਗਏ ਨੇ, ਜਾਂ ਕੀ ਚੱਲਦਾ ਪਿਆ, ਕਿਹੜੀ ਪੋਲਿਸੀ ਨੂੰ ਫੋਲੋ ਕਰਦੇ ਪਏ ਨੇ. ਤਾਂ ਇਸ ਕਰਕੇ ਮਾਈਕਰੋ ਜੇ ਅਸੀਂ ਸਟੱਡੀ ਕਰਦੇ ਹਾਂ ਤਾਂ ਮਾਈਕਰੋ ਦੇ ਲਈ ਸਾਨੂੰ ਮੈਕਰੋ ਲੈਵਲ ਨੂੰ ਦੇਖਣਾ ਪੈਂਦਾ. ਅਤੇ ਇਸ ਕਰਕੇ ਇਹਦੇ ਨਾਲ ਨਾਲ ਮੈਕਰੋ ਲੈਵਲ 'ਤੇ ਜੋ ਆਪਰੇਸ਼ਨਸ ਹੁੰਦੇ ਆ ਉਹਦੀ ਵੀ ਸਟੱਡੀ ਹੋ ਜਾਂਦੀ ਹੈ. ਨੈਕਸਟ ਹੈਗਾ ਪ੍ਰੀਡਿਕਸ਼ਨ. ਮਾਈਕਰੋ ਦੇ ਨਾਲ ਅਸੀਂ ਅੱਗੇ ਫਿਊਚਰ ਦਾ ਵੀ ਅਨੁਮਾਨ ਲਗਾ ਸਕਦੇ ਹਾਂ ਕਿ ਫਿਊਚਰ 'ਚ ਕੀ ਹੋਣਾ, ਜਾਂ ਅਸੀਂ ਕਿੰਨੀ ਡਿਮਾਂਡ ਹੋਊਗੀ ਸਾਡੇ ਪ੍ਰੋਡਕਟ ਦੀ, ਕਿੰਨੀ ਨਹੀਂ ਹੋਊਗੀ. ਅਤੇ ਇਹ ਸਾਰਾ ਮਾਈਕਰੋ ਬੇਸਿਸ 'ਤੇ ਹੁੰਦਾ ਹੈ ਕਿ ਮਾਈਕਰੋ ਲੈਵਲ 'ਤੇ ਅਸੀਂ ਦੇਖਾਂਗੇ ਕਿ ਕਿੰਨੀ ਡਿਮਾਂਡ ਹੈਗੀ ਆ, ਜੇ ਡਿਮਾਂਡ ਫਿਊਚਰ ਦੇ ਵਿੱਚ ਵਧੂਗੀ ਜਾਂ ਫਿਊਚਰ ਦੇ ਵਿੱਚ ਘਟੂਗੀ, ਠੀਕ ਹੈ. ਇਹ ਵੀ ਮਾਈਕਰੋ ਇਕਨੋਮਿਕਸ ਦੀ ਇੱਕ ਇੰਪੋਰਟੈਂਸ ਹੈ. ਥਰਡ ਹੈਗਾ ਇਕਨੋਮਿਕ ਪੋਲਿਸੀਜ਼. ਇਕਨੋਮਿਕ ਪੋਲਿਸੀਜ਼ ਨੇ ਜੋ ਮੈਕਰੋ ਲੈਵਲ 'ਤੇ ਅਸੀਂ ਇਕਨੋਮਿਕ ਪੋਲਿਸੀਜ਼ ਬਣਾਉਂਦੇ ਹਾਂ ਉਹ ਕਿਤੇ ਡਿਪੈਂਡ ਕਰਦੀਆਂ ਨੇ, ਮਾਈਕਰੋ 'ਤੇ. ਮਾਈਕਰੋ ਲੈਵਲ 'ਤੇ ਦੇਖਿਆ ਜਾਂਦਾ ਕਿ ਕਿੰਨੀ ਪਾਵਰਟੀ ਹੈ, ਕਿੰਨੀ ਅਨਇੰਪਲੋਇਮੈਂਟ ਪਾਈ ਜਾਂਦੀ ਹੈ, ਕਿੱਥੇ ਇਨਕਮ ਘੱਟ ਹੈ, ਕਿੱਥੇ ਇਨਕਮ ਵੱਧ ਹੈ. ਇਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਪੋਲਿਸੀਜ਼ ਬਣਾਈਆਂ ਜਾਂਦੀਆਂ. ਅਤੇ ਇਸ ਕਰਕੇ ਮਾਈਕਰੋ ਇਕਨੋਮਿਕਸ ਦੀ ਇੱਥੇ ਇੰਪੋਰਟੈਂਸ ਤਾਂ ਹੈ ਕਿਉਂਕਿ ਮੈਕਰੋ ਲੈਵਲ ਜਦੋਂ ਪੋਲਿਸੀਜ਼ ਬਣਾਉਂਦਾ ਤਾਂ ਮਾਈਕਰੋ ਲੈਵਲ ਨੂੰ ਬੇਸ ਲੈ ਕੇ ਚੱਲਦਾ. ਫਿਰ ਇਕਨੋਮਿਕ ਵੈਲਫੇਅਰ ਹੈ ਜੋ ਉਹ ਵੀ ਮਾਈਕਰੋ ਲੈਵਲ 'ਚ ਦੇਖੀ ਜਾਂਦੀ ਹੈ ਕਿ ਮਾਈਕਰੋ ਲੈਵਲ 'ਤੇ ਇੰਡੀਵਿਜੂਅਲ ਲੈਵਲ 'ਤੇ ਲੋਕਾਂ ਦੀ ਭਲਾਈ ਹੋ ਰਹੀ ਹੈ. ਜੇ ਲੋਕਾਂ ਦੀ ਭਲਾਈ ਇੰਡੀਵਿਜੂਅਲ ਲੈਵਲ 'ਤੇ ਤਾਂ ਇਕੋਨਮੀ ਲੈਵਲ 'ਤੇ ਤਾਂ ਆਪਣੇ ਆਪ ਹੀ ਹੋਊਗੀ ਕਿਉਂਕਿ ਸਾਰੇ ਇੰਡੀਵਿਜੂਅਲਸ ਨੂੰ ਮਿਲਾ ਕੇ ਇੱਕ ਇਕੋਨਮੀ ਬਣਦੀ ਹੈ, ਠੀਕ ਹੈ. ਨੈਕਸਟ ਮੈਨੇਜਰੀਅਲ ਡਿਸੀਜ਼ਨ ਲੈਣਾ. ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰਬੰਧਕੀ ਅਸੀਂ ਫੈਸਲਾ ਲੈਣਾ ਤਾਂ ਉਹਦੇ ਲਈ ਵੀ ਮਾਈਕਰੋ ਇਕਨੋਮਿਕਸ ਹੀ ਬੇਸ ਲਿਆ ਜਾਂਦਾ. ਮਾਈਕਰੋ ਇਕਨੋਮਿਕਸ ਦੀ ਇੰਪੋਰਟੈਂਸ ਹੈ ਕਿਉਂਕਿ ਮਾਈਕਰੋ ਇਕਨੋਮਿਕਸ ਇਹ ਦੇਖਿਆ ਜਾਂਦਾ ਕਿ ਇੱਕ ਪਰਸਨ ਕਿਸ ਤਰੀਕੇ ਨਾਲ ਬਿਹੇਵ ਕਰਦਾ ਹੈ, ਉਹ ਕਿਸ ਤਰੀਕੇ ਨਾਲ ਪ੍ਰੋਡਕਸ਼ਨ ਵਗੈਰਾ ਕਰਨ ਦੇ ਵਿੱਚ ਅੱਗੇ ਆਉਂਦਾ ਹੈ, ਠੀਕ ਹੈ. ਨੈਕਸਟ ਹੈਗਾ ਹੈਲਪਫੁਲ ਇੰਟਰਨੈਸ਼ਨਲ ਜਦੋਂ ਟ੍ਰੇਡ ਕਰਦੇ ਹਾਂ ਤਾਂ ਉਹਦੇ ਲਈ ਵੀ ਮਾਈਕਰੋ ਇਕਨੋਮਿਕਸ ਨੂੰ ਸਟੱਡੀ ਕੀਤਾ ਜਾਂਦਾ ਕਿਉਂਕਿ ਜੇ ਮਾਈਕਰੋ ਇਕਨੋਮਿਕਸ ਅਲੱਗ ਪਾਰਟਸ ਬਣਾ ਕੇ ਅੱਗੇ ਵੱਡੀਆਂ ਇੰਡਸਟਰੀਜ਼ ਨੂੰ ਦਊਗਾ ਤਾਂ ਇੰਡਸਟਰੀਜ਼ ਉਹਨਾਂ ਨੂੰ ਅਸੈਂਬਲ ਕਰੂ. ਤਾਂ ਇਸ ਕਰਕੇ ਇੰਟਰਨੈਸ਼ਨਲ ਟ੍ਰੇਡ ਤਾਂ ਹੋਊਗਾ, ਤਾਂ ਹੀ ਪੋਸੀਬਲ ਹੋ ਸਕਦਾ ਜੇ ਉਹਨਾਂ ਦਾ ਮਾਈਕਰੋ ਲੈਵਲ 'ਤੇ ਪ੍ਰੋਡਕਸ਼ਨ ਕੀਤੀ ਜਾਊਗੀ ਉਹਨਾਂ ਦੀ, ਠੀਕ ਹੈ.